ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੋਂ ਉੱਤਰ ਦਿਸ਼ਾ ਨੂੰ ਚਲਦੇ ਚਲਦੇ ਇੰਨੇ ਉੱਚੇ ਚਲੇ ਗਏ ਕਿ ਤਾਰੇ ਵੀ ਉਹਨਾਂ ਦੇ ਹੇਠਾਂ ਹੀ ਰਹਿ ਗਏ। ਤਦ ਮਰਦਾਨੇ ਨੇ ਪੁੱਛਿਆ, ਮਹਾਰਾਜ ਤਾਰੇ ਹੇਠਾਂ ਰਹਿ ਗਏ ਹਨ, ਇਹ ਚਾਨਣਾ ਕਿੱਥੇ ਕਿਸ ਚੀਜ਼ ਦਾ ਹੈ? ਗੁਰੂ ਜੀ ਨੇ ਦੱਸਿਆ, ਮਰਦਾਨਾ ਇੱਥੇ ਇੱਕ ਤਾਰਾ ਧਰੂ ਹੈ, ਇਹ ਉਸ ਦਾ ਪ੍ਰਕਾਸ਼ ਹੈ। ਇਸ ਧਰੂ ਨੇ ਛੋਟੀ ਉਮਰ ਵਿੱਚ ਹੀ ਬੜਾ ਤਪ ਕੀਤਾ ਸੀ, ਜਿਸ ਕਰਕੇ ਇਹ ਸਭ ਤੋਂ ਉੱਪਰ ਬਿਰਾਜ ਰਿਹਾ ਹੈ। ਮਰਦਾਨੇ ਕਿਹਾ, ਮਹਾਰਾਜ ਇਸ ਦਾ ਪ੍ਰਸੰਗ ਸੁਣਾਓ ਕਿ ਇਸ ਨੇ ਛੋਟੀ ਉਮਰ ਵਿੱਚ ਹੀ ਕਿਸ ਵਾਸਤੇ ਐਡਾ ਤਪ ਕੀਤਾ। ਇਸ ਉਪਰੰਤ ਇਸ ਦੇ ਦਰਸ਼ਨ ਵੀ ਮੈਨੂੰ ਕਰਵਾਓ। ਗੁਰੂ ਜੀ ਨੇ ਕਿਹਾ, ਸਤਯੁਗ ਵਿੱਚ ਇੱਕ ਸ਼ੰਭੂ ਮਨੂ ਰਾਜਾ ਹੋਇਆ ਹੈ। ਉਸ ਦੇ ਘਰ ਇੱਕ ਸਤਰੂਪਾ ਰਾਣੀ ਵਿੱਚੋਂ 2 ਪੁੱਤਰ ਹੋਏ। ਇੱਕ ਦਾ ਨਾਮ ਪ੍ਰਿਆਵਤ ਸੀ, ਦੂਜਾ ਉਤਾਨਪਾਦ। ਉਤਾਨਪਾਦ ਦੀਆਂ 2 ਇਸਤਰੀਆਂ ਸਨ, ਇੱਕ ਸੁਰੂਚੀ ਤੇ ਦੂਜੀ ਸੁਨੀਤਾ। ਸੁਰੂਚੀ ਨਾਲ ਰਾਜੇ ਦਾ ਬਹੁਤ ਪਿਆਰ ਸੀ ਤੇ ਸੁਨੀਤਾ ਨਾਲ ਨਹੀਂ ਸੀ। ਸੁਨੀਤਾ ਦੇ ਗਰਭ ਤੋਂ ਧਰੂ ਪੁੱਤਰ ਪੈਦਾ ਹੋਇਆ। ਜਦ ਇਸ ਦੀ 5 ਸਾਲ ਦੀ ਉਮਰ ਹੋਈ ਤਾਂ ਇੱਕ ਦਿਨ ਲਾਡ ਨਾਲ ਪਿਤਾ ਦੀ ਗੋਦੀ ਵਿੱਚ ਜਾ ਬੈਠਾ। ਰਾਣੀ ਸੁਰੂਚੀ ਨੇ ਇਸ ਨੂੰ ਰਾਜੇ ਦੀ ਗੋਦੀ ਵਿੱਚੋਂ ਗੁੱਸੇ ਨਾਲ ਫੜ ਕੇ ਉਠਾਲ ਦਿੱਤਾ ਤੇ ਕਿਹਾ, ਪਿਤਾ ਦੀ ਗੋਦੀ ਵਿੱਚ ਬੈਠਣ ਦਾ ਤੇਰਾ ਅਧਿਕਾਰ ਨਹੀਂ ਹੈ। ਜੇ ਤੂੰ ਪਿਤਾ ਦੀ ਗੋਦੀ ਵਿੱਚ ਬੈਠਣਾ ਚਾਹੁੰਦਾ ਹੈ ਤਾਂ ਤਪ ਕਰਕੇ ਇਹ ਸਰੀਰ ਤਿਆਗ ਕੇ ਮੇਰੇ ਉਦਰ ਤੋਂ ਜਨਮ ਲੈ ਕੇ ਫਿਰ ਤੂੰ ਰਾਜ ਦਾ ਅਧਿਕਾਰੀ ਹੋਵੇਂਗਾ। ਜਦ ਮਤਰੇਈ ਨੇ ਝਿੜਕਿਆ ਤਾਂ ਧਰੂ ਰੋਂਦਾ ਰੋਂਦਾ ਆਪਣੀ ਮਾਤਾ ਪਾਸ ਆਇਆ। ਸੁਨੀਤੀ ਪੁੱਤਰ ਨੂੰ ਰੋਂਦਾ ਵੇਖ ਕੇ ਬਹੁਤ ਦੁਖੀ ਹੋਈ। ਧਰੂ ਨੂੰ ਗੋਦੀ ਵਿੱਚ ਲੈ ਕੇ ਪਿਆਰ ਕੀਤਾ ਤੇ ਕਿਹਾ ਕਿ ਹੇ ਪੁੱਤਰ, ਕਿਸੇ ਨੂੰ ਦੁੱਖ ਸੁੱਖ ਦੇਣ ਵਾਲਾ ਹੋਰ ਕੋਈ ਨਹੀਂ ਹੁੰਦਾ, ਆਪਣੇ ਕਰਮ ਹੀ ਹੁੰਦੇ ਹਨ। ਪਹਿਲਾਂ ਪੁੰਨਾ ਕਰਕੇ ਸੁੱਖ ਪ੍ਰਾਪਤ ਹੁੰਦੇ ਹਨ ਅਤੇ ਫਿਰ ਜੇ ਕੋਈ ਪਾਪ ਕਰੇ ਤਾਂ ਦੁੱਖ ਮਿਲਦੇ ਹਨ। ਹੁਣ ਮੈਂ ਇੱਕ ਨੌਕਰਾਣੀ ਵਰਗੀ ਨਹੀਂ ਹਾਂ। ਮੇਰੀ ਸੌਂਕਣ ਨੇ ਸੱਚ ਹੀ ਆਖਿਆ ਹੈ। ਜੇ ਤੈਨੂੰ ਰਾਜ ਤਖਤ ਦੀ ਇੱਛਾ ਹੈ ਤਾਂ ਇੱਕ ਮਨ ਹੋ ਕੇ ਪ੍ਰਭੂ ਦਾ ਸਿਮਰਨ ਕਰ। ਤੇਰੇ ਬਾਬੇ ਨੇ ਵੀ ਪ੍ਰਭੂ ਦਾ ਸਿਮਰਨ ਅਤੇ ਯੱਗ ਕਰਕੇ ਰਾਜ ਸੁੱਖ ਪ੍ਰਾਪਤ ਕੀਤਾ ਸੀ ਅਤੇ ਅੰਤ ਪਰਮ ਪਦ ਵਿੱਚ ਸਮਾ ਗਿਆ ਸੀ। ਤੂੰ ਵੀ ਜੇ ਰਾਜ ਸੁੱਖ ਤੇ ਮਾਣ ਵਡਿਆਈ ਚਾਹੁੰਦਾ ਹੈ ਤਾਂ ਤਨ ਮਨ ਕਰਕੇ ਉਸ ਪ੍ਰਭੂ ਦੀ ਭਗਤੀ ਕਰ, ਜਿਸ ਨੂੰ ਮੁਨੀ ਜਨ ਖੋਜਦੇ ਤੇ ਜਪਦੇ ਹਨ। ਮਾਤਾ ਦਾ ਸ਼ੁਭ ਉਪਦੇਸ਼ ਸੁਣ ਕੇ ਧਰੂ ਦੇ ਮਨ ਵਿੱਚ ਧੀਰਜ ਆ ਗਈ ਅਤੇ ਘਰ-ਬਾਰ ਛੱਡ ਕੇ ਮਧੂਬਨ ਨੂੰ ਚਲਿਆ ਗਿਆ। ਇਹ ਸਾਰਾ ਪ੍ਰਸੰਗ ਸੁਣ ਕੇ ਨਾਰਦ ਮੁਨੀ ਧਰੂ ਨੂੰ ਰਾਸਤੇ ਵਿੱਚ ਹੀ ਜਾ ਮਿਲਿਆ। ਧਰੂ ਦੇ ਸਿਰ ਤੇ ਪਿਆਰ ਦੇ ਕੇ ਆਖਿਆ, ਤੂੰ ਅਜੇ ਬੱਚਾ ਹੈ, ਇਸ ਉਮਰ ਵਿੱਚ ਮਾੜੀ ਗੱਲ ਦੀ ਪਰਵਾਹ ਨਹੀਂ ਕਰੀਦੀ। ਅਜੇ ਤੇਰੀ ਖਾਣ ਪੀਣ ਖੇਡਣ ਦੀ ਉਮਰ ਹੈ, ਘਰ ਵਾਪਸ ਜਾ ਕੇ ਸੁੱਖ ਭੋਗ। ਜਿਤਨਾ ਵੀ ਤੈਨੂੰ ਮਤਰੇਈ ਮਾਂ ਸੁੱਖ ਦੇਵੇ ਉਤਨਾ ਹੀ ਜਾ ਕੇ ਭੋਗਣਾ ਕਰ ਅਤੇ ਸੰਤੋਖ ਕਰਕੇ ਘਰ ਹੀ ਰਹਿ। ਬਨ ਵਿੱਚ ਕੋਈ ਸੁੱਖ ਨਹੀਂ ਹੈ। ਜਿਹੜਾ ਤੈਨੂੰ ਤੇਰੀ ਮਾਤਾ ਨੇ ਉਪਦੇਸ਼ ਕੀਤਾ ਹੈ ਉਸ ਦਾ ਕਮਾਉਣਾ ਤੇ ਪਰਮੇਸ਼ਰ ਦਾ ਪਾਉਣਾ ਬਹੁਤ ਕਠਿਨ ਹੈ। ਵੱਡੇ ਵੱਡੇ ਤਪਸੀ ਬਹੁਤ ਸਮਾਂ ਤਪ ਕਰਕੇ ਵੀ ਉਸ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕੇ। ਤੇਰੀ ਬਾਲ ਅਵਸਥਾ ਹੈ। ਧਰੂ ਨੇ ਦੋਵੇਂ ਹੱਥ ਜੋੜ ਕੇ ਕਿਹਾ, ਤੁਸੀਂ ਭਾਵੇਂ ਸੱਚ ਆਖਦੇ ਹੋ ਪਰ ਮੇਰੇ ਮਨ ਫੇਰ ਵੀ ਇਹ ਕੋਈ ਗੱਲ ਨਹੀਂ ਲੱਗਦੀ। ਮੈਂ ਅਣਜਾਣ ਤੇ ਅਗਿਆਨੀ ਹਾਂ, ਪਰ ਮਤਰੇਈ ਮਾਂ ਦੇ ਬਚਨਾਂ ਨਾਲ ਮੇਰੀ ਛਾਤੀ ਦੁਖ ਰਹੀ ਹੈ ਅਤੇ ਮੇਰਾ ਪਿੱਛੇ ਮੁੜ ਕੇ ਘਰ ਜਾਣ ਨੂੰ ਮਨ ਨਹੀਂ ਚਾਹੁੰਦਾ। ਤੁਸੀਂ ਪਰਾਏ ਭਲੇ ਵਾਸਤੇ ਸਭ ਸਥਾਨਾਂ ਤੇ ਸਦਾ ਹੀ ਫਿਰਦੇ ਰਹਿੰਦੇ ਹੋ। ਮੈਨੂੰ ਉਹ ਸਿੱਖਿਆ ਦਿਓ ਜਿਸ ਨੂੰ ਗ੍ਰਹਿਣ ਕਰਕੇ ਮੈਨੂੰ ਆਪਣੇ ਪਿਤਾਮਾ ਨਾਲੋਂ ਵੀ ਉੱਚੀ ਪਦਵੀ ਪ੍ਰਾਪਤ ਹੋਵੇ। ਬਾਲਕ ਧਰੂ ਦਾ ਦ੍ਰਿੜ ਨਿਸ਼ਚਾ ਵੇਖ ਕੇ ਨਾਰਦ ਮੁਨੀ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗਾ, ਮੈਂ ਤੈਨੂੰ ਪਰਖਦਾ ਸੀ ਪਰ ਤੇਰਾ ਦ੍ਰਿੜ ਸ਼ਰਧਾ ਨੂੰ ਵੇਖ ਕੇ ਮੈਂ ਤੈਨੂੰ ਇਹੀ ਕਹਾਂਗਾ ਕਿ ਤੇਰੀ ਮਾਤਾ ਨੇ ਜੋ ਤੈਨੂੰ ਕਿਹਾ ਹੈ ਕਿ ਕਰਤਾਰ ਸਾਰੇ ਫਲਾਂ ਦਾ ਦਾਤਾ ਹੈ, ਉਸ ਦਾ ਸਿਮਰਨ ਕਰੋ, ਸੋ ਇਹੀ ਠੀਕ ਹੈ। ਹੁਣ ਤੂੰ ਜਮਨਾ ਦੇ ਕਿਨਾਰੇ ਮਧੂਬਨ ਵਿੱਚ ਜਾ ਕੇ ਯਥਾ ਯੋਗ ਆਸਣ ਲਾ ਕੇ ਹਰੀ ਦਾ ਧਿਆਨ ਕਰਕੇ ਬੈਠਣਾ ਅਤੇ ਪ੍ਰਾਣਾਯਾਮ ਦੁਆਰਾ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਧਨਾ, ਮਨ ਨੂੰ ਸਾਵਧਾਨ ਹੋ ਕੇ ਰੋਕਣਾ ਅਤੇ ਹਰੀ ਦਾ ਭਜਨ ਕਰਨਾ। ਤੈਨੂੰ ਮੈਂ ਇੱਕ ਮੰਤਰ ਦਿੰਦਾ ਹਾਂ, ਇਸ ਦਾ 7 ਦਿਨ ਪਾਠ ਕਰਨ ਨਾਲ ਤੈਨੂੰ ਸਭ ਦੇਵਤੇ ਦਿਸਣਗੇ ਅਤੇ ਮਨ ਇੱਛਤ ਵਸਤੂ ਦੀ ਪ੍ਰਾਪਤੀ ਹੋਵੇਗੀ। ਮੰਤਰ ਇਹ ਹੈ, ਓਮ ਨਮੋ ਭਗਵਤੇ ਵਾਸੁਦੇਵਾ। ਇਹ ਮੰਤਰ ਲੈ ਕੇ ਧਰੂ ਜੰਗਲ ਵਿੱਚ ਜਾ ਕੇ ਤਪ ਕਰਨ ਲੱਗ ਪਿਆ ਤੇ ਨਾਰਦ ਮੁਨੀ ਰਾਜਾ ਉਤਾਨਪਾਦ ਪਾਸ ਆ ਗਿਆ। ਰਾਜੇ ਨੂੰ ਚਿੰਤਾ ਤੁਰ ਵੇਖ ਕੇ ਰਿਖੀ ਨੇ ਜਦ ਇਸ ਦਾ ਕਾਰਨ ਪੁੱਛਿਆ ਤਾਂ ਰਾਜੇ ਨੇ ਕਿਹਾ, ਮੇਰਾ 5 ਸਾਲ ਦਾ ਪੁੱਤਰ ਜੰਗਲ ਵਿੱਚ ਤਪ ਕਰਨ ਚਲਿਆ ਗਿਆ ਹੈ। ਮੈਂ ਇਸਤਰੀ ਦੇ ਵੱਸ ਹੋਇਆ ਕੁਝ ਨਹੀਂ ਕਰ ਸਕਦਾ, ਇਸ ਕਰਕੇ ਬਹੁਤ ਦੁਖੀ ਹਾਂ। ਨਾਰਦ ਨੇ ਕਿਹਾ, ਰਾਜਨ ਚਿੰਤਾ ਨਾ ਕਰੋ, ਪਰਮੇਸ਼ਰ ਸਭ ਦਾ ਰਾਖਾ ਹੈ, ਛੇਤੀ ਹੀ ਧਰੂ ਤੁਹਾਨੂੰ ਆਣ ਮਿਲੇਗਾ। ਰਾਜੇ ਨੂੰ ਇਹ ਬਚਨ ਆਖ ਕੇ ਨਾਰਦ ਆਪਣੇ ਧਾਮ ਨੂੰ ਚਲਿਆ ਗਿਆ। ਉਧਰ
ਧਰੂ ਭਾਰੀ ਤਪ ਕਰਨ ਲੱਗਾ। ਤੀਸਰੇ ਦਿਨ ਕੋਈ ਅੱਧਾ ਫਲ ਖਾ ਕੇ ਆਪਣੇ ਸਿਮਰਨ ਧਿਆਨ ਵਿੱਚ ਲੱਗਾ ਰਹਿੰਦਾ। ਇਸ ਤਰ੍ਹਾਂ ਜਦ 1 ਮਹੀਨਾ ਬੀਤ ਗਿਆ ਤਾਂ ਦੂਸਰੇ ਮਹੀਨੇ ਘਾਹ ਤੇ ਤੀਸਰੇ ਮਹੀਨੇ ਸੁੱਕੇ ਪੱਤਰ ਖਾ ਕੇ ਸਿਮਰਨ ਵਿੱਚ ਮਗਨ ਰਹਿਣ ਲੱਗਾ। ਚੌਥੇ ਮਹੀਨੇ 12 ਦਿਨਾਂ ਪਿੱਛੋਂ ਪੱਤੇ ਖਾ ਕੇ ਨਿਰਵਾਹ ਕਰਨ ਲੱਗਾ। 5ਵੇਂ ਮਹੀਨੇ ਪੌਣ ਆਹਾਰੀ ਹੋ ਕੇ ਮਨ ਨੂੰ ਰੋਕ ਕੇ ਸਿਮਰਨ ਕਰਦਾ। 6ਵੇਂ ਮਹੀਨੇ ਇੱਕ ਪੈਰ ਤੇ ਖੜਾ ਹੋ ਕੇ ਇੱਕ ਪ੍ਰਭੂ ਦੇ ਧਿਆਨ ਵਿੱਚ ਲੱਗਾ ਰਹਿੰਦਾ। ਜਦ ਇਸ ਤਰ੍ਹਾਂ ਸਵਾਸ ਰੋਕ ਕੇ ਸਿਮਰਨ ਕਰਨ ਲੱਗਾ ਤਾਂ ਧਰਤੀ ਡੋਲਣ ਲੱਗ ਪਈ। ਸਾਰੇ ਜੀਆਂ ਦੇ ਸਵਾਸ ਰੁਕ ਗਏ। ਸਾਰੇ ਜਗਤ ਵਿੱਚ ਘਬਰਾਹਟ ਪੈ ਗਈ। ਤਦ ਇੰਦਰ ਘਾਬਰ ਕੇ ਵਿਸ਼ਨੂੰ ਭਗਵਾਨ ਪਾਸ ਗਿਆ ਤੇ ਬੇਨਤੀ ਕੀਤੀ ਕਿ ਸਭ ਦੇ ਸਵਾਸ ਰੁਕ ਗਏ ਹਨ, ਇਸ ਦਾ ਕੀ ਕਾਰਨ ਹੈ। ਪ੍ਰਭੂ ਨੇ ਕਿਹਾ, ਡਰੋ ਨਹੀਂ, ਛੇਤੀ ਸਭ ਕੁਝ ਠੀਕ ਹੋ ਜਾਏਗਾ। ਮੇਰਾ ਇੱਕ ਬਾਲਕ ਭਗਤ ਹੈ, ਉਸਨੇ ਬਹੁਤ ਕਠਿਨ ਤਪ ਕੀਤਾ ਹੈ। ਹੁਣ ਮੈਂ ਉਸ ਦੇ ਪਾਸ ਜਾ ਕੇ ਉਸ ਦੇ ਮਨ ਦੀ ਆਸ਼ਾ ਪੂਰੀ ਕਰਾਂਗਾ ਤੇ ਸਭ ਦੇ ਸਵਾਸ ਆਉਣ ਲੱਗ ਪੈਣਗੇ। ਇਹ ਸੁਣ ਕੇ ਇੰਦਰਪੁਰੀ ਨੂੰ ਚਲਿਆ ਗਿਆ। ਹਰ ਪ੍ਰਭੂ ਗਰੜ ਦੀ ਸਵਾਰੀ ਕਰਕੇ ਧਰੂ ਪਾਸ ਆ ਗਏ। ਧਰੂ ਸਮਾਧੀ ਲਾ ਕੇ ਅੰਤਰ ਧਿਆਨ ਬੈਠਾ ਸੀ। ਜਦ ਪ੍ਰਭੂ ਨੇ ਉਸ ਦੇ ਅੰਦਰੋਂ ਆਪਣਾ ਸਰੂਪ ਦੂਰ ਕਰ ਦਿੱਤਾ ਤਾਂ ਧਰੂ ਨੇ ਅੱਖਾਂ ਖੋਲ੍ਹ ਕੇ ਵੇਖਿਆ ਕਿ ਭਗਵਾਨ ਪ੍ਰਤੱਖ ਸਾਹਮਣੇ ਖੜੇ ਹਨ। ਧਰੂ ਨੇ ਦੰਡਵਤ ਹੋ ਕੇ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਉਸਤਤੀ ਕਰਨ ਲੱਗਾ। ਵਿਸ਼ਨੂੰ ਜੀ ਉਸ ਦੀ ਭਗਤੀ ਭਾਵਨਾ ਤੇ ਸ਼ਰਧਾ ਉੱਤੇ ਬੜੇ ਪ੍ਰਸੰਨ ਹੋਏ। ਧਰੂ ਨੂੰ ਆਪਣੇ ਆਤਮ ਸਰੂਪ ਦੀ ਤਤਛਿਨ ਹੀ ਸੋਝੀ ਹੋ ਗਈ। ਉਸਨੇ ਕਿਹਾ, ਹੇ ਪ੍ਰਭੂ, ਮੈਨੂੰ ਇਹੀ ਵਰ ਦਿਓ ਕਿ ਮੈਂ ਸਦਾ ਤੁਹਾਡੇ ਹੀ ਗੁਣ ਗਾਉਂਦਾ ਰਹਾਂ। ਵਿਸ਼ਨੂੰ ਨੇ ਪ੍ਰਸੰਨ ਹੋ ਕੇ ਕਿਹਾ, ਹੇ ਰਾਜ ਪੁੱਤਰ, ਮੈਂ ਤੇਰੇ ਅੰਦਰ ਦੀ ਗੱਲ ਜਾਣ ਲਈ ਹੈ। ਤੈਨੂੰ ਉਹ ਉੱਚਾ ਪਦ ਪ੍ਰਾਪਤ ਹੋਇਆ ਹੈ ਜਿਹੜਾ ਅਜੇ ਤੱਕ ਕਿਸੇ ਰਿਖੀ ਮੁਨੀ ਨੂੰ ਨਹੀਂ ਹੋਇਆ। ਸਾਰੇ ਗ੍ਰਹਿ ਨਛੱਤਰ, ਚੰਦ, ਸੂਰਜ ਆਦਿ ਤੇਰੀ ਪਰ ਦਛਣਾ ਕਰਿਆ ਕਰਨਗੇ। ਹੁਣ ਤੇਰਾ ਪਿਤਾ ਜਦ ਤਪ ਕਰਨ ਵਾਸਤੇ ਵਨ ਵਿੱਚ ਜਾਏਗਾ ਤਾਂ ਰਾਜ ਤਖਤ ਤੈਨੂੰ ਦੇਵੇਗਾ। 36,000 ਵਰੇ ਤੂੰ ਰਾਜ ਦਾ ਸੁੱਖ ਭੋਗ ਕੇ ਪਰਮ ਪਦ ਨੂੰ ਪ੍ਰਾਪਤ ਹੋਵੇਗਾ। ਤੇਰਾ ਭਾਈ ਉੱਤਮ ਮਤਰੇਈ ਦਾ ਪੁੱਤਰ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਮਾਰਿਆ ਜਾਵੇਗਾ ਅਤੇ ਉਸ ਦੀ ਮਾਤਾ ਸਰੂਚੀ ਉਸ ਨੂੰ ਵੇਖਣ ਜਾਏਗੀ ਤਾਂ ਦਾਵਾ ਅਗਨ ਦੀ ਲਪੇਟ ਵਿੱਚ ਆਣ ਕੇ ਸੜ ਕੇ ਮਰ ਜਾਏਗੀ। ਤੂੰ ਸੁਪੂਰਨ ਰਾਜ ਕਰੇਗਾ। ਹੁਣ ਮੇਰੀ ਆਗਿਆ ਹੈ ਕਿ ਤੂੰ ਆਪਣੇ ਘਰ ਚਲਿਆ ਜਾ। ਤੇਰੇ ਪਿਤਾ ਤੈਨੂੰ ਬਹੁਤ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਵਿਸ਼ਨੂੰ ਭਗਵਾਨ ਅੰਤਰ ਧਿਆਨ ਹੋ ਗਏ ਸਨ। ਜਦ ਵਿਸ਼ਨੂੰ ਅੰਤਰ ਧਿਆਨ ਹੋ ਗਏ ਤਾਂ ਉਸ ਦੀ ਆਗਿਆ ਅਨੁਸਾਰ ਧਰੂ ਆਪਣੇ ਘਰ ਮੁੜ ਆਇਆ। ਧਰੂ ਦਾ ਘਰ ਆਉਣਾ ਸੁਣ ਕੇ ਉਸ ਦੇ ਪਿਤਾ ਉਤਾਨਪਾਦ ਨੇ ਬਹੁਤ ਖੁਸ਼ੀ ਮਨਾਈ। ਖਬਰ ਸੁਣਾਉਣ ਵਾਲੇ ਪੰਡਤ ਨੂੰ ਬਹੁਤ ਇਨਾਮ ਦਿੱਤਾ ਅਤੇ ਵਾਜੇ, ਧੌਂਸੇ, ਧੂਤੀਆਂ ਅਤੇ ਭੇਰੀਆਂ ਲੈ ਕੇ ਆਪਣੇ ਪੁੱਤਰ ਉੱਤਮ ਅਤੇ ਦੋਹਾਂ ਰਾਣੀਆਂ ਸਰੂਚੀ ਅਤੇ ਸੁਨੀਤੀ ਨੂੰ ਰੱਥਾਂ ਵਿੱਚ ਸਵਾਰ ਕਰਕੇ ਬਹੁਤ ਸਾਰੇ ਦਰਬਾਰੀਆਂ ਅਤੇ ਬਹੁਤ ਸਾਰੇ ਲੋਕਾਂ ਸਹਿਤ ਧਰੂ ਨੂੰ ਅੱਗੋਂ ਲੈਣ ਵਾਸਤੇ ਗਏ। ਜਿਸ ਵੇਲੇ ਉਤਾਨਪਾਦ ਨੇ ਧਰੂ ਨੂੰ ਵੇਖਿਆ ਤਾਂ ਰੱਥ ਤੋਂ ਉਤਰ ਕੇ ਗਲ ਨਾਲ ਲਾ ਕੇ ਪਿਆਰ ਕੀਤਾ। ਉਪਰੰਤ ਧਰੂ ਆਪਣੀਆਂ ਦੋਹਾਂ ਮਾਤਾਵਾਂ ਤੇ ਭਰਾ ਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਨਮਸਕਾਰ ਕੀਤੀ। ਘਰ ਆਣ ਕੇ ਰਾਜੇ ਨੇ ਸਾਰੇ ਸ਼ਹਿਰ ਵਿੱਚ ਹੁਕਮ ਕੀਤਾ ਕਿ ਸਭ ਇਸਤਰੀ ਪੁਰਸ਼ ਘਰ ਘਰ ਦੀਪਮਾਲਾ ਕਰੋ ਤੇ ਖੁਸ਼ੀਆਂ ਮਨਾਓ। ਉਪਰੰਤ ਉਤਾਨਪਾਦ ਨੇ ਦਰਬਾਰ ਕਰਕੇ ਧਰੂ ਨੂੰ ਰਾਜ ਤਿਲਕ ਦੇ ਦਿੱਤਾ ਤੇ ਆਪ ਬ੍ਰਿਧ ਅਵਸਥਾ ਕਰਕੇ ਤਪ ਕਰਨ ਜੰਗਲ ਨੂੰ ਚਲਿਆ ਗਿਆ। ਪਿੱਛੋਂ ਧਰੂ ਰਾਜ ਕਰਨ ਲੱਗਾ। ਰਾਜਾ ਸਿਸੂਮਾਰ ਨੇ ਆਪਣੀ ਲੜਕੀ ਭ੍ਰਮੀ ਦਾ ਧਰੂ ਨਾਲ ਵਿਆਹ ਕਰ ਦਿੱਤਾ। ਇਸ ਦੇ ਗਰਭ ਤੋਂ ਧਰੂ ਦੇ 2 ਪੁੱਤਰ ਹੋਏ, ਵਤਸਰ ਅਤੇ ਕਲੰਪ। ਇਸ ਸਮੇਂ ਜਦ ਇਸ ਦਾ ਭਾਈ ਉੱਤਮ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਿਆ ਤਾਂ ਉਸ ਦਾ ਜੱਛਾ ਨਾਲ ਯੁੱਧ ਹੋ ਗਿਆ, ਜਿਸ ਵਿੱਚ ਉੱਤਮ ਮਾਰਿਆ ਗਿਆ। ਪਿੱਛੋਂ ਉੱਤਮ ਦੀ ਮਾਤਾ ਸਰੂਚੀ ਜਦ ਉਸ ਨੂੰ ਲੱਭਣ ਗਈ ਤਾਂ ਉਹ ਜੰਗਲ ਦੀ ਦਾਵਾ ਅਗਨੀ ਵਿੱਚ ਸੜ ਗਈ। ਧਰੂ ਨੇ ਜਦ ਭਾਈ ਦੀ ਮੌਤ ਸੁਣੀ ਤਾਂ ਉਹ ਰੱਥ ਉੱਤੇ ਚੜ੍ਹ ਕੇ ਉੱਤਰ ਦਿਸ਼ਾ ਨੂੰ ਗਿਆ। ਅਲਕਾਪੁਰੀ ਪਾਸ ਪਹੁੰਚ ਕੇ ਉਸਨੇ ਬੜੇ ਜ਼ੋਰ ਦਾ ਸ਼ੰਖ ਵਜਾਇਆ, ਜਿਸ ਨੂੰ ਸੁਣ ਕੇ ਸ਼ਸਤਰ ਅਸਤਰ ਲੈ ਕੇ ਬਹੁਤ ਜੱਚ ਧਰੂ ਦੇ ਸਾਹਮਣੇ ਆ ਗਏ। ਬੜਾ ਘੋਰ ਦਾ ਯੁੱਧ ਹੋਣ ਲੱਗਾ। ਜਦ ਧਰੂ ਨੇ ਬਹੁਤ ਸਾਰੇ ਜੱਚ ਘਾਇਲ ਕਰ ਦਿੱਤੇ ਤਾਂ ਉਹ ਇੱਕ ਵਾਰ ਪਿੱਛੇ ਹਟ ਗਏ। ਫਿਰ ਗੁੱਸਾ ਖਾ ਕੇ ਇੱਕਦਮ ਇਕੱਠੇ ਹੋ ਕੇ ਧਰੂ ਤੇ ਆਣ ਪਏ। ਘੋਰ ਯੁੱਧ ਉਪਰੰਤ ਧਰੂ ਨੇ ਫੇਰ ਜ਼ੋਰ ਨਾਲ ਬਾਣ ਮਾਰ ਕੇ ਜੱਛਾਂ ਨੂੰ ਭਜਾ ਦਿੱਤਾ। ਇਤਨੇ ਨੂੰ ਧਰੂ ਦਾ ਬਾਬਾ ਮਨੂ ਆ ਗਿਆ। ਉਸਨੇ ਆ ਕੇ ਧਰੂ ਨੂੰ ਆਖਿਆ, ਜੱਛਾਂ ਦੀ ਕਿਸੇ ਅਪਰਾਧ ਤੋਂ ਬਿਨਾਂ ਹਾਨੀ ਨਾ ਕਰੋ। ਤੂੰ ਹਰੀ ਭਗਤ ਹੈ, ਮਨ ਵਿੱਚ ਦਇਆ ਧਾਰ ਕੇ ਕ੍ਰੋਧ ਨੂੰ ਸ਼ਾਂਤ ਕਰੋ। ਇਸ ਤਰ੍ਹਾਂ ਧਰੂ ਨੂੰ ਯੁੱਧ ਕਰਨ ਤੋਂ ਹਟਾ ਕੇ ਮਨੂ ਚਲਿਆ ਗਿਆ। ਤਦ ਕੁਬੇਰ ਨੇ ਆਣ ਕੇ ਧਰੂ ਨੂੰ ਕਿਹਾ ਕਿ ਤੂੰ ਧਨ ਹੈ, ਜਿਸ ਨੇ ਆਪਣੇ ਬਾਬੇ ਦਾ ਕਿਹਾ ਮੰਨ ਕੇ ਯੁੱਧ ਬੰਦ ਕਰ ਦਿੱਤਾ ਹੈ। ਇਹਨਾਂ ਜੱਛਾਂ ਦੇ ਮਾਰਨ ਵਾਲਾ ਇੱਕ ਕਾਲ ਸੀ, ਤੁਸਾਂ ਕਿਸੇ ਨਹੀਂ ਮਾਰਿਆ।
ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ, ਕੋਈ ਵਰ ਮੰਗ ਲਵੋ। ਧਰੂ ਨੇ ਕਿਹਾ, ਮੈਨੂੰ ਇਹੀ ਵਰ ਦਿਓ ਕਿ ਮੇਰੀ ਹਰੀ ਚਰਨਾਂ ਨਾਲ ਪ੍ਰੀਤੀ ਬਣੀ ਰਹੇ। ਧਰੂ ਦੀ ਇਹ ਗੱਲ ਸੁਣ ਕੇ ਕੁਬੇਰ ਏਵਮ ਸਤ ਆਖ ਕੇ ਆਪਣੇ ਅਸਥਾਨ ਨੂੰ ਚਲਿਆ ਗਿਆ ਤੇ ਧਰੂ ਆਪਣੇ ਸ਼ਹਿਰ ਨੂੰ ਚਲਿਆ ਆਇਆ। ਕਈ ਹਜ਼ਾਰ ਵਰੇ ਰਾਜ ਕਰਕੇ ਧਰੂ ਆਪਣੇ ਪੁੱਤਰ ਨੂੰ ਰਾਜ ਤਿਲਕ ਦੇ ਕੇ ਸਰਸਵਤੀ ਦੇ ਕਿਨਾਰੇ ਬੈਠ ਕੇ ਤਪ ਕਰਨ ਚਲਿਆ ਗਿਆ। ਜਦ ਧਰੂ ਨੂੰ ਤਪ ਕਰਦੇ ਨੂੰ ਕੁਝ ਸਮਾਂ ਬੀਤ ਗਿਆ ਤਾਂ ਵਿਸ਼ਨੂੰ ਨੇ ਆਪਣੇ ਸੇਵਕ ਬਿਬਾਨ ਦੇ ਕੇ ਧਰੂ ਨੂੰ ਲੈਣ ਵਾਸਤੇ ਭੇਜੇ। ਉਹਨਾਂ ਨੇ ਕਿਹਾ ਕਿ ਰਾਜਨ, ਤੂੰ ਛੋਟੀ ਉਮਰ ਤੋਂ ਹੀ ਬਹੁਤ ਭਗਤੀ ਕਰਕੇ ਤ੍ਰਿਲੋਕੀ ਦੇ ਪਤੀ ਨੂੰ ਬਹੁਤ ਪ੍ਰਸੰਨ ਕੀਤਾ ਹੈ। ਇਸ ਵਾਸਤੇ ਹੀ ਸਾਨੂੰ ਉਹਨਾਂ ਨੇ ਭੇਜਿਆ ਹੈ ਕਿ ਚੱਲ ਕੇ ਅਨੇਕ ਪ੍ਰਕਾਰ ਦੇ ਸੁੱਖ ਭੋਗੋ। ਜਿਸ ਪਦਵੀ ਨੂੰ ਸੱਤ ਰਿਖੀ ਸੂਰਜ, ਇੰਦਰ ਅਤੇ 9 ਗ੍ਰਹਿ ਆਦਿਕ ਸਾਰੇ ਚਾਹੁੰਦੇ ਹਨ, ਉਹ ਤੁਹਾਨੂੰ ਪ੍ਰਾਪਤ ਹੋਈ ਹੈ। ਇਹ ਸਾਰੇ ਤੁਹਾਡੀ ਪਰਿਕਰਮਾ ਕਰਿਆ ਕਰਨਗੇ। ਤੇਰੇ ਦਾਦੇ ਤੇ ਪਿਤਾ ਆਦਿਕ ਭਾਵੇਂ ਬੜੇ ਤਪਧਾਰੀ ਸਨ, ਪਰ ਉੱਥੇ ਉਹ ਵੀ ਨਹੀਂ ਪਹੁੰਚ ਸਕੇ। ਵਿਸ਼ਨੂੰ ਦੇ ਦਾਸਾਂ ਦੇ ਬਚਨ ਸੁਣ ਕੇ ਧਰੂ ਨੇ ਪਹਿਲਾਂ ਸੁਰਸਰੀ ਵਿੱਚ ਇਸ਼ਨਾਨ ਕਰਕੇ ਸਾਰੇ ਰਿਖੀਆਂ ਨੂੰ ਨਮਸਕਾਰ ਕੀਤੀ ਅਤੇ ਫਿਰ ਬਿਬਾਨ ਦੀਆਂ 3 ਪਰਿਕਰਮਾ ਕਰਕੇ ਸਾਰੇ ਵਿਸ਼ਨੂੰ ਰਾਜ ਨੂੰ ਬੰਧਨ ਕਰਕੇ ਬਿਬਾਨ ਵਿੱਚ ਬੈਠ ਗਿਆ। ਤਦ ਆਕਾਸ਼ ਵਿੱਚੋਂ ਦੇਵਤਿਆਂ ਨੇ ਖੁਸ਼ੀ ਨਾਲ ਫੁੱਲ ਵਰਖਾ ਕਰਕੇ ਵਾਜੇ ਵਜਾਏ ਅਤੇ ਭਗਤ ਦੀ ਜੈ ਜੈਕਾਰ ਕੀਤੀ। ਵਿਸ਼ਨੂੰ ਭਗਵਾਨ ਨੇ ਸਭ ਉੱਪਰ ਉੱਚੇ ਥਾਂ ਧਰੂ ਭਗਤ ਨੂੰ ਨਿਵਾਸ ਸਥਾਨ ਦਿੱਤਾ। ਮਰਦਾਨੇ ਨੇ ਗੁਰੂ ਜੀ ਤੋਂ ਇਹ ਕਥਾ ਸੁਣ ਕੇ ਆਖਿਆ, ਮਹਾਰਾਜ ਜੀ, ਹੁਣ ਉਸ ਭਗਤ ਦੇ ਦਰਸ਼ਨ ਕਰੀਏ। ਮਰਦਾਨੇ ਦੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਧਰੂ ਮੰਡਲ ਵਿੱਚ ਜਾ ਪਹੁੰਚੇ। ਅੱਗੋਂ ਇਹ ਵਿਚਾਰ ਕਰਕੇ ਕਿ ਇਹ 3 ਦੇਹਧਾਰੀ ਪੁਰਸ਼ ਇੱਥੇ ਕਿਸ ਤਰ੍ਹਾਂ ਆ ਗਏ, ਧਰੂ ਉਹਨਾਂ ਵੱਲ ਵੇਖ ਕੇ ਹੈਰਾਨ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਉਸ ਪਾਸ ਪਹੁੰਚ ਕੇ ਕਰਤਾਰ ਕਰਤਾਰ ਕਰਨ ਲੱਗੇ। ਧਰੂ ਨੇ ਪੁੱਛਿਆ, ਤੁਸੀਂ ਕੌਣ ਹੋ? ਤੁਹਾਨੂੰ ਇਹ ਰਾਸਤਾ ਕਿਸ ਨੇ ਦੱਸਿਆ ਹੈ? ਅਜੇ ਤੱਕ ਇੱਥੇ ਕੋਈ ਦੇਹਧਾਰੀ ਨਹੀਂ ਪਹੁੰਚ ਸਕਿਆ, ਤੁਸੀਂ ਕਿਸ ਤਰ੍ਹਾਂ ਆ ਗਏ ਹੋ? ਗੁਰੂ ਜੀ ਨੇ ਕਿਹਾ, ਅਸੀਂ ਕਰਤਾਰ ਦੀ ਭਗਤੀ ਦੇ ਜ਼ੋਰ ਨਾਲ ਤੁਹਾਡੇ ਪਾਸ ਪਹੁੰਚ ਗਏ ਹਾਂ। ਜਦ ਅਸਾਂ ਸ਼੍ਰੀ ਕਰਤਾਰ ਦਾ ਧਿਆਨ ਧਰਿਆ ਤਾਂ ਸਾਰਾ ਰਾਸਤਾ ਹੀ ਸਾਨੂੰ ਸੌਖਾ ਲੱਗਣ ਲੱਗ ਪਿਆ। ਅਸੀਂ ਇੱਥੇ ਨਿਰੰਕਾਰ ਦੇ ਦਰਸ਼ਨ ਕਰਨ ਆਏ ਹਾਂ। ਸਾਨੂੰ ਵਰ ਦਿਓ ਕਿ ਅਸੀਂ ਨਿਰੰਕਾਰ ਦਾ ਦਰਸ਼ਨ ਛੇਤੀ ਕਰੀਏ। ਸਾਡਾ ਨਾਮ ਨਾਨਕ ਹੈ। ਜਦੋਂ ਧਰੂ ਨੇ ਆਪ ਜੀ ਦਾ ਨਾਮ ਸੁਣਿਆ ਤਾਂ ਉਸਨੇ ਹੱਥ ਜੋੜ ਕੇ ਨਮਸਕਾਰ ਕੀਤੀ, ਕਿਹਾ ਕਿ ਮੈਨੂੰ ਪਹਿਲਾਂ ਹੀ ਖਬਰ ਮਿਲ ਗਈ ਸੀ ਕਿ ਧਰਤੀ ਉੱਤੇ ਪ੍ਰਭੂ ਨੇ ਅਵਤਾਰ ਧਾਰਨ ਕੀਤਾ ਹੈ। ਹੁਣ ਤੁਸੀਂ ਮੈਨੂੰ ਆਣ ਕੇ ਦਰਸ਼ਨ ਦਿੱਤੇ ਹਨ ਅਤੇ ਮੈਨੂੰ ਸਫਲਾ ਕੀਤਾ ਹੈ। ਕੁਝ ਸਮਾਂ ਗੁਰੂ ਜੀ ਉੱਥੇ ਪ੍ਰਸੰਨਤਾ ਨਾਲ ਬੈਠ ਕੇ ਬਚਨ ਵਿਲਾਸ ਕਰਦੇ ਰਹੇ। ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਲਿਖਿਆ ਹੈ ਕਿ ਇਸ ਦੇ ਮਗਰੋਂ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਵਿੱਚ ਜਾ ਬਿਰਾਜੇ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।